DRG Kids। ਕਹਾਣੀ ਆਲਸੀ ਰਘੂ। ਰਤਨਪੁਰ ਪਿੰਡ ਵਿੱਚ ਰਘੂ ਅਤੇ ਸ਼ਾਮ ਨਾਮ ਦੇ ਦੋ ਆਦਮੀ ਰਹਿੰਦੇ ਸਨ। ਰਘੂ ਬੜਾ ਹੀ ਕੰਮਚੋਰ ਸੀ ਅਤੇ ਸ਼ਾਮ ਬੜਾ ਹੀ ਮਿਹਨਤੀ ਸੀ। ਉਹ ਆਪਣਾ ਪੂਰਾ ਕੰਮ ਬੜੀ ਹੀ ਲਗਨ ਦੇ ਨਾਲ ਕਰਦਾ ਸੀ। ਉਹ ਦੋਵੇਂ ਪਿੰਡ ਦੇ ਜ਼ਮੀਂਦਾਰ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਸ਼ਾਮ ਕੰਮ ਕਰਦਾ ਸੀ ਅਤੇ ਰਘੂ ਦਰਖਤ ਦੇ ਹੇਠਾਂ ਸੁੱਤਾ ਹੀ ਰਹਿੰਦਾ ਸੀ। ਰਘੂ ਉੱਠ ਜਾ ਰਘੂ, ਸ਼ਾਮ ਹੋ ਗਈ ਆ। ਕੀ ਐਨੇ ਛੇਤੀ ਸ਼ਾਮ ਹੋ ਗਈ? ਐਨੀ ਵਧੀਆ ਨਿੰਦਰ ਆਉਂਦੀ ਪਈ ਸੀ। ਚੱਲ ਕੋਈ ਗੱਲ ਨਹੀਂ। ਰਘੂ ਉੱਠ ਕੇ ਖੇਤ ਦੀ ਮਿੱਟੀ ਆਪਣੇ ਕੱਪੜਿਆਂ ਉੱਪਰ ਮਲਦਾ ਹੈ। ਸ਼ਾਮ ਕਹਿੰਦਾ ਹੈ, ਜੇ ਤੂੰ ਵਾਕਈ ਖੇਤ 'ਚ ਕੰਮ ਕਰਦਾ ਤੇ ਮਿੱਟੀ ਆਪਣੇ ਆਪ ਲੱਗ ਜਾਂਦੀ। ਇਹਨੂੰ ਇਸ ਤਰ੍ਹਾਂ ਰੋਜ਼ ਕੱਪੜਿਆਂ ਤੇ ਲਾਉਣਾ ਨਹੀਂ ਪੈਂਦਾ। ਮੈਂ ਤੇਰੀ ਤਰ੍ਹਾਂ ਬੇਵਕੂਫ ਥੋੜੀ ਆ ਜਿੱਦਾਂ ਕੋਲੂ ਦੀ ਬੈਲ ਦੀ ਤਰ੍ਹਾਂ ਜ਼ਮੀਂਦਾਰ ਦੇ ਖੇਤਾਂ 'ਚ ਮਜ਼ਦੂਰੀ ਕਰਦਾ ਰਵਾਂ। ਨਾਲੇ ਜਦੋਂ ਮੁਫਤ ਵਿੱਚ ਖਾਣਾ ਪੀਣਾ ਮਿਲਦਾ ਪਿਆ ਹੈ, ਕੰਮ ਕਰਨ ਦੀ ਕੀ ਲੋੜ ਹੈ? ਠੀਕ ਹੈ ਭਰਾਵਾ, ਜਿਵੇਂ ਤੇਰੀ ਮਰਜ਼ੀ। ਮੈਂ ਘਰ ਜਾ ਰਿਹਾ, ਨਹਾ ਕੇ ਜ਼ਮੀਂਦਾਰ ਦੇ ਘਰ ਆਉਣਾ। ਠੀਕ ਹੈ। ਸ਼ਾਮ ਆਪਣੇ ਘਰ ਚਲਾ ਜਾਂਦਾ ਹੈ ਤੇ ਰਘੂ ਰੋਜ਼ ਦੀ ਤਰ੍ਹਾਂ ਆਪਣੇ ਕੱਪੜਿਆਂ ਉੱਤੇ ਮਿੱਟੀ ਮਲ ਕੇ ਜ਼ਮੀਂਦਾਰ ਦੇ ਘਰ ਚਲਾ ਜਾਂਦਾ ਹੈ ਤਾਂ ਕਿ ਜ਼ਮੀਂਦਾਰ ਨੂੰ ਇਹ ਲੱਗੇ ਬਈ ਰਘੂ ਨੇ ਖੇਤਾਂ ਵਿੱਚ ਬੜੀ ਮਿਹਨਤ ਕੀਤੀ ਹੈ। ਉਹਨੂੰ ਵੇਖ ਕੇ ਜ਼ਮੀਂਦਾਰ ਕਹਿੰਦਾ ਹੈ, ਅਰੇ ਰਘੂ ਆਜਾ ਆਜਾ, ਤੂੰ ਤੇ ਬੜਾ ਹੀ ਮਿਹਨਤ ਕਰਦਾ ਹੈ। ਰੋਜ਼ ਖੇਤਾਂ ਵਿੱਚ ਬੜਾ ਹੀ ਮਿਹਨਤ ਕਰਦਾ ਹੈ ਤੂੰ। ਜੀ ਜਨਾਬ, ਮਿਹਨਤ ਨਹੀਂ ਕਰਾਂਗਾ ਤੇ ਖਾਵਾਂਗਾ ਕਿੱਥੋਂ? ਉਸੇ ਵੇਲੇ ਉੱਥੇ ਸ਼ਾਮ ਆ ਜਾਂਦਾ ਹੈ। ਉਹ ਨਹਾ ਧੋ ਕੇ ਸਾਫ਼ ਸੁਥਰੇ ਕੱਪੜਿਆਂ ਦੇ ਵਿੱਚ ਆਉਂਦਾ ਹੈ ਤਾਂ ਜ਼ਮੀਂਦਾਰ ਨੂੰ ਲੱਗਦਾ ਹੈ ਕਿ ਉਹ ਤੇ ਕੋਈ ਕੰਮ ਹੀ ਨਹੀਂ ਕਰਦਾ ਤੇ ਜ਼ਮੀਂਦਾਰ ਉਹਨੂੰ ਕਹਿੰਦਾ ਹੈ, ਸ਼ਾਮ ਤੂੰ ਵੀ ਮਿਹਨਤ ਨਾਲ ਕੰਮ ਕਰਿਆ ਕਰ। ਜੀ ਮਾਲਿਕ। ਸ਼ਾਮ ਚੁੱਪ ਰਹਿੰਦਾ ਹੈ ਪਰ ਉਹਨੂੰ ਬੜਾ ਹੀ ਬੁਰਾ ਲੱਗਦਾ ਹੈ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਪੂਰੀ ਸ਼ਾਬਾਸ਼ੀ ਰਘੂ ਨੂੰ ਮਿਲ ਜਾਂਦੀ ਹੈ। ਰਘੂ ਛੇਤੀ ਜਾ ਕੇ ਹੱਥ ਮੂੰਹ ਧੋ ਕੇ ਜਲਦੀ ਜਾ ਕੇ ਰੋਟੀ ਪਾਣੀ ਖਾ ਲੈ। ਰਘੂ ਅਤੇ ਸ਼ਾਮ ਖਾਣਾ ਖਾਣ ਦੇ ਲਈ ਚਲੇ ਜਾਂਦੇ ਹਨ। ਜ਼ਮੀਂਦਾਰ ਨੂੰ ਲੱਗਦਾ ਹੈ ਕਿ ਰਘੂ ਬੜਾ ਹੀ ਕੰਮ ਕਰਦਾ ਹੈ ਤੇ ਸ਼ਾਮ ਕੁਝ ਵੀ ਕੰਮ ਨਹੀਂ ਕਰਦਾ। ਇਸੇ ਲਈ ਉਹ ਆਪਣੇ ਰਸੋਈਏ ਨੂੰ ਕਹਿੰਦਾ ਹੈ, ਐ ਸੁਣ, ਰਘੂ ਬੜੀ ਸਖਤ ਮਿਹਨਤ ਕਰਦਾ ਹੈ। ਉਹਦੀ ਚੰਗੀ ਤਰ੍ਹਾਂ ਖਿਆਲ ਰੱਖੀ ਤੇ ਧਿਆਨ ਰੱਖੀ। ਉਹਦੀ ਖਾਤਰਦਾਰੀ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ। ਜੀ ਮਾਲਿਕ। ਰਸੋਈਆ ਰਘੂ ਨੂੰ ਥਾਲੀ ਭਰ ਕੇ ਖਾਣ ਨੂੰ ਦਿੰਦਾ ਸੀ ਪਰ ਸ਼ਾਮ ਵਿਚਾਰਾ ਭੁੱਖਾ ਹੀ ਰਹਿ ਜਾਂਦਾ ਸੀ। ਸ਼ਾਮ ਨੇ ਮਨ ਹੀ ਮਨ ਸੋਚਿਆ, ਇਹ ਕਿਵੇਂ ਦਾ ਨਿਆਂ ਹੈ? ਜੋ ਕੰਮ ਕਰਦਾ ਹੈ ਉਹਨੂੰ ਭੁੱਖਾ ਰਹਿਣਾ ਪੈਂਦਾ ਹੈ ਤੇ ਜਿਹੜਾ ਕੰਮ ਚੋਰ ਹੈ ਉਹ ਭਰ ਪੇਟ ਖਾਂਦਾ ਹੈ। ਰਘੂ ਸਮਝ ਜਾਂਦਾ ਹੈ ਕਿ ਸ਼ਾਮ ਦੇ ਮਨ ਵਿੱਚ ਕੁਝ ਚੱਲਦਾ ਪਿਆ ਹੈ। ਉਹ ਡਰ ਜਾਂਦਾ ਹੈ ਕਿ ਕਿਤੇ ਸ਼ਾਮ ਜ਼ਮੀਂਦਾਰ ਨੂੰ ਸਾਰਾ ਕੁਝ ਦੱਸ ਨਾ ਦਵੇ। ਇਸੇ ਲਈ ਉੱਥੋਂ ਨਿਕਲਦੇ ਹੀ ਉਹਨੇ ਸ਼ਾਮ ਨੂੰ ਕਿਹਾ, ਵੇਖ ਸ਼ਾਮ, ਮੇਰੇ ਬਾਰੇ ਜ਼ਮੀਂਦਾਰ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ। ਜੇ ਕੁਝ ਕਿਹਾ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ। ਫਿਰ ਮੈਂ ਕੁਝ ਨਹੀਂ ਦੱਸਾਂਗਾ ਭਰਾਵਾ, ਪਰ ਇਹ ਗੱਲ ਤੇ ਗਲਤ ਹੈ ਨਾ। ਸਾਰਾ ਦਿਨ ਮਿਹਨਤ ਕਰਦਾ ਮੈਂ ਤੇ ਖਰੀਦਦਾਰੀ ਹੁੰਦੀ ਹੈ ਤੇਰੀ। ਤੇ ਮੈਂ ਕਦੋਂ ਕਿਹਾ ਤੈਨੂੰ ਮਿਹਨਤ ਕਰਨ ਵਾਸਤੇ? ਯਾਦ ਰੱਖੀ, ਇੱਕ ਨਾ ਇੱਕ ਦਿਨ ਸੱਚ ਸਾਹਮਣੇ ਜ਼ਰੂਰ ਆਉਂਦਾ ਹੈ। ਓ ਜਾ ਜਾ, ਮੈਨੂੰ ਨਸੀਹਤਾਂ ਨਾ ਦੇ। ਇਹ ਕਹਿ ਕੇ ਦੋਵੇਂ ਆਪਣੇ ਆਪਣੇ ਘਰ ਚਲੇ ਜਾਂਦੇ ਹਨ। ਸ਼ਾਮ ਦਿਨ ਭਰ ਦਾ ਥੱਕਿਆ ਹੁੰਦਾ ਹੈ, ਇਸ ਲਈ ਘਰ ਆਉਂਦੇ ਹੀ ਸੋ ਜਾਂਦਾ ਹੈ। ਉਧਰ ਰਘੂ ਨੂੰ ਨੀਂਦ ਹੀ ਨਹੀਂ ਆਉਂਦੀ ਕਿਉਂਕਿ ਉਹ ਪੂਰਾ ਦਿਨ ਸੁੱਤਾ ਹੀ ਰਹਿੰਦਾ ਹੈ। ਇਸੇ ਲਈ ਜਦੋਂ ਸਵੇਰੇ ਉਹ ਖੇਤ ਵਿੱਚ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਲਾਲ ਹੁੰਦੀਆਂ ਹਨ। ਕੀ ਗੱਲ ਹੈ ਰਘੂ, ਰਾਤੀ ਨਿੰਦਰ ਨਹੀਂ ਆਈ ਤੈਨੂੰ? ਕੀ ਦੱਸਾਂ ਮਾਲਕ, ਬੜੇ ਹੀ ਮੱਛਰ ਨੇ। ਮੇਰੀ ਪੂਰੀ ਰਾਤ ਮੱਛਰਾਂ ਨੇ ਕਾਲੀ ਕਰਤੀ। ਤੂੰ ਚਿੰਤਾ ਨਾ ਕਰ ਰਘੂ, ਮੈਂ ਤੇਰੇ ਰਹਿਣ ਦਾ ਬੰਦੋਬਸਤ ਆਪਣੇ ਘਰ ਦੇ ਅੰਦਰ ਹੀ ਕਰ ਦੇਣਾ। ਤੂੰ ਆਰਾਮ ਨਾਲ ਮੇਰੇ ਘਰ ਹੀ ਰਿਹਾ ਕਰ। ਬਹੁਤ ਬਹੁਤ ਧੰਨਵਾਦ ਮਾਲਿਕ। ਹੁਣ ਰਘੂ ਦੀ ਖਾਤਰਦਾਰੀ ਹੋਰ ਵੀ ਵੱਧ ਗਈ। ਹੁਣ ਉਹ ਜ਼ਮੀਂਦਾਰ ਦੇ ਘਰ ਹੀ ਰਹਿਣ ਲੱਗ ਪਿਆ। ਹੁਣ ਉਹ ਖੁਸ਼ੀ-ਖੁਸ਼ੀ ਆਰਾਮ ਨਾਲ ਆਪਣੀ ਜ਼ਿੰਦਗੀ ਬਿਤਾਉਣ ਲੱਗਾ। ਖਾ ਪੀ ਕੇ ਖੇਤ ਵਿੱਚ ਜਾ ਕੇ ਸੋ ਜਾਂਦਾ ਤੇ ਸ਼ਾਮ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਰਹਿੰਦਾ। ਇੱਕ ਦਿਨ ਖਾਣਾ ਖਾਂਦੇ ਵੇਲੇ ਰਸੋਈਏ ਨੇ ਵੇਖਿਆ ਕਿ ਰਘੂ ਖਾਣਾ ਬਰਬਾਦ ਕਰਦਾ ਪਿਆ ਹੈ। ਰਘੂ, ਮੈਂ ਥੋੜੇ ਦਿਨਾਂ ਤੋਂ ਵੇਖਦਾ ਪਿਆ ਤੂੰ ਖਾਣਾ ਬਰਬਾਦ ਕਰਦਾ ਪਿਆ। ਜਿੰਨਾ ਖਾਣਾ ਹੋਵੇ ਓਨਾ ਹੀ ਲਿਆ ਕਰ। ਰਘੂ ਨੇ ਕੋਈ ਜਵਾਬ ਨਹੀਂ ਦਿੱਤਾ।
ਉਧਰ ਰਸੋਈਆ ਸ਼ਾਮ ਨੂੰ ਵੇਖਦਾ ਹੈ ਤੇ ਸੋਚਦਾ ਹੈ, ਰਘੂ ਖਾਣਾ ਬਰਬਾਦ ਕਰਦਾ ਹੈ ਤੇ ਸ਼ਾਮ ਦਾ ਢਿੱਡ ਹੀ ਨਹੀਂ ਭਰਦਾ। ਏਦਾਂ ਤਾਂ ਸਿਰਫ ਉਦੋਂ ਹੀ ਹੁੰਦਾ ਹੈ ਜਦੋਂ ਬੜੀ ਜ਼ਿਆਦਾ ਮਿਹਨਤ ਕੀਤੀ ਹੋਵੇ। ਕੁਝ ਤਾਂ ਗੜਬੜ ਹੈ। ਰਸੋਈਆ ਜ਼ਮੀਂਦਾਰ ਦੀ ਪਤਨੀ ਸ਼ੋਭਾ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਸਾਰੀ ਗੱਲ ਦੱਸ ਦਿੰਦਾ ਹੈ। ਮਾਲਕਿਨ, ਮੈਨੂੰ ਲੱਗਦਾ ਹੈ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਕੀ ਗੱਲ ਹੈ? ਕਿਸ ਤਰ੍ਹਾਂ ਦੀ ਗੜਬੜ? ਰਸੋਈਆ ਉਸ ਨੂੰ ਰਘੂ ਅਤੇ ਸ਼ਾਮ ਦੇ ਖਾਣੇ ਵਾਲੀ ਸਾਰੀ ਗੱਲ ਦੱਸ ਦਿੰਦਾ ਹੈ। ਅੱਛਾ, ਇਹ ਗੱਲ ਹੈ। ਫੇਰ ਤੇ ਸੱਚਾਈ ਦਾ ਪਤਾ ਲਾਉਣਾ ਹੀ ਪਵੇਗਾ। ਰਾਤ ਨੂੰ ਸ਼ੋਭਾ ਜ਼ਮੀਂਦਾਰ ਦੇ ਕੋਲ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ, ਸੁਣੋ ਜੀ, ਰਘੂ ਤੇ ਸ਼ਾਮ ਖੇਤਾਂ ਵਿੱਚ ਕੀ ਕੰਮ ਕਰਦੇ ਨੇ, ਤੁਹਾਨੂੰ ਇੱਕ ਵਾਰੀ ਜਾ ਕੇ ਵੇਖਣਾ ਤੇ ਚਾਹੀਦਾ ਹੈ। ਕੌਣ ਕਿੰਨਾ ਕੰਮ ਕਰਦਾ ਹੈ, ਕਿੰਨੀ ਮਿਹਨਤ ਕਰਦਾ ਹੈ, ਤੁਹਾਨੂੰ ਥੋੜੀ ਨਜ਼ਰ ਰੱਖਣੀ ਚਾਹੀਦੀ ਹੈ। तेरी गल तो बिल्कुल ठीक है, पर अचानक तू इस तरह क्यों कह रही है? ਫਿਰ ਸ਼ੋਭਾ ਨੇ ਜ਼ਮੀਂਦਾਰ ਨੂੰ ਸਾਰੀ ਗੱਲ ਦੱਸੀ ਤੇ ਜ਼ਮੀਂਦਾਰ ਨੇ ਕਿਹਾ, गल तो ठीक है, एक बारी मैं अपनी अखां नाल वेख लेना। ਅਗਲੇ ਹੀ ਦਿਨ ਜ਼ਮੀਂਦਾਰ ਚੁੱਪ-ਚੁਪੀਤਾ ਬਿਨਾਂ ਕਿਸੇ ਨੂੰ ਕੁਝ ਦੱਸੇ ਖੇਤਾਂ ਵਿੱਚ ਚਲਾ ਗਿਆ। ਦੂਰੋਂ ਹੀ ਖੜਾ ਹੋ ਕੇ ਉਸਨੇ ਵੇਖਿਆ ਕਿ ਸ਼ਾਮ ਬੜੀ ਹੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ ਪਿਆ ਹੈ, ਜਿਵੇਂ ਉਹ ਉਹਦਾ ਆਪਣਾ ਹੀ ਖੇਤ ਹੋਵੇ। ਫਿਰ ਉਹ ਰਘੂ ਨੂੰ ਲੱਭਣ ਲੱਗਾ, ਪਰ ਰਘੂ ਕਿਤੇ ਦਿਸਦਾ ਹੀ ਨਹੀਂ ਪਿਆ ਸੀ। ए रघु भला किथे चला गया? किथे नजर ही नहीं आ रहा। पता नहीं किथे है वो। ਜ਼ਮੀਂਦਾਰ ਨੂੰ ਇਹ ਗੱਲ ਜਲਦੀ ਹੀ ਸਮਝ ਆ ਗਈ ਕਿ ਰਘੂ ਕਿਤੇ ਬੈਠਾ ਕੰਮ ਚੋਰੀ ਕਰਦਾ ਪਿਆ ਹੈ। ਉਸੇ ਵੇਲੇ ਉਹਦੀ ਨਜ਼ਰ ਦਰਖਤ ਦੇ ਹੇਠਾਂ ਲੰਮੇ ਪਏ ਰਘੂ ਉੱਪਰ ਪੈਂਦੀ ਹੈ। ਜ਼ਮੀਂਦਾਰ ਨੇ ਵੇਖਿਆ ਕਿ ਰਘੂ ਉੱਥੇ ਆਰਾਮ ਨਾਲ ਸੁੱਤਾ ਪਿਆ ਹੈ। ਇਹ ਵੇਖ ਕੇ ਜ਼ਮੀਂਦਾਰ ਨੂੰ ਬੜਾ ਗੁੱਸਾ ਆਇਆ। ਉਹ ਚੁੱਪਚਾਪ ਘਰ ਵਾਪਸ ਆ ਗਿਆ ਅਤੇ ਆਪਣੀ ਪਤਨੀ ਨੂੰ ਕਿਹਾ, ਮੈਨੂੰ ਸ਼ਾਮ ਉੱਤੇ ਬੜਾ ਤਰਸ ਆ ਰਿਹਾ ਹੈ। ਮੈਂ ਉਹਦੇ ਨਾਲ ਬੜੀ ਨਾਇਨਸਾਫੀ ਕੀਤੀ ਹੈ। ਐ ਮੈਂ ਕੀ ਕਰ ਦਿੱਤਾ? ਇੱਕ ਵਿਚਾਰਾ ਬਿਨਾਂ ਕੁਝ ਕਹੇ ਇੰਨੀ ਮਿਹਨਤ ਕਰੀ ਜਾ ਰਿਹਾ ਹੈ ਤੇ ਦੂਸਰਾ ਬਿਨਾਂ ਕੁਝ ਕੀਤੇ ਹੀ ਸਾਰੇ ਸੁੱਖ ਭੋਗ ਰਿਹਾ ਹੈ। ਮੈਂ ਸ਼ਾਮ ਨੂੰ ਪਹਿਚਾਨ ਹੀ ਨਹੀਂ ਪਾਇਆ। ਉਹ ਵਿਚਾਰਾ ਮੇਰੇ ਖੇਤਾਂ ਨੂੰ ਆਪਣਾ ਖੇਤ ਸਮਝ ਕੇ ਕੰਮ ਕਰਦਾ ਪਿਆ ਹੈ ਤੇ ਮੈਂ ਉਹਨੂੰ ਭਰਪੇਟ ਖਾਣਾ ਵੀ ਨਹੀਂ ਦਿੱਤਾ। ਬੜਾ ਵੱਡਾ ਪਾਪ ਹੋ ਗਿਆ ਮੇਰੇ ਕੋਲੋਂ। ਹਾਂ, ਇਹ ਤੇ ਬੜੀ ਵੱਡੀ ਗਲਤੀ ਹੋ ਗਈ ਹੈ ਤੁਹਾਡੇ ਕੋਲੋਂ। ਤੁਸੀਂ ਸ਼ਾਮ ਨੂੰ ਕੋਈ ਦੂਸਰਾ ਕੰਮ ਦੇ ਦਿਓ। ਇਸ ਤਰ੍ਹਾਂ ਤੁਹਾਡਾ ਪਛਤਾਵਾ ਵੀ ਘੱਟ ਹੋ ਜਾਵੇਗਾ ਤੇ ਉਹਦੀ ਮਿਹਨਤ ਵੀ ਸਫਲ ਹੋ ਜਾਵੇਗੀ। ਹਾਂ, ਤੂੰ ਸਹੀ ਕਹਿ ਰਹੀ ਹੈ। ਸ਼ੋਭਾ ਦੀ ਗੱਲ ਜ਼ਮੀਂਦਾਰ ਨੂੰ ਬੜੀ ਚੰਗੀ ਲੱਗੀ। ਸ਼ਾਮ ਨੂੰ ਜਦੋਂ ਸ਼ਾਮ ਤੇ ਰਘੂ ਜ਼ਮੀਂਦਾਰ ਦੇ ਘਰ ਆਏ ਤਾਂ ਜ਼ਮੀਂਦਾਰ ਨੇ ਰਘੂ ਨੂੰ ਕਿਹਾ, ਰਘੂ, ਜ਼ਰਾ ਮੇਰੇ ਕਮਰੇ ਵਿੱਚ ਆਵੀਂ। ਮੈਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ। ਜੀ ਮਾਲਿਕ, ਪੂਰੇ ਸਰੀਰ ਉੱਤੇ ਮਿੱਟੀ ਲੱਗੀ ਹੋਈ ਹੈ। ਮੈਂ ਹੁਣੇ ਨਹਾ ਕੇ ਆਉਂਦਾ। ਸਾਰਾ ਦਿਨ ਬੜੀ ਮਿਹਨਤ ਕੀਤੀ ਹੈ ਮੈਂ। ਨਹੀਂ ਨਹੀਂ, ਹੁਣੇ ਇਸੇ ਵੇਲੇ ਮੇਰੇ ਕਮਰੇ ਵਿੱਚ ਆਈ। ਜ਼ਮੀਂਦਾਰ ਇਹ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਰਘੂ ਨੂੰ ਕੁਝ ਸਮਝ ਹੀ ਨਹੀਂ ਆਉਂਦੀ ਕਿ ਅਚਾਨਕ ਜ਼ਮੀਂਦਾਰ ਨੂੰ ਹੋਇਆ ਕੀ ਹੈ। ਰਘੂ ਉਸੇ ਵੇਲੇ ਜ਼ਮੀਂਦਾਰ ਦੇ ਪਿੱਛੇ ਕਮਰੇ ਵਿੱਚ ਚਲਾ ਗਿਆ। ਜ਼ਮੀਂਦਾਰ ਨੇ ਰਘੂ ਨੂੰ ਕਿਹਾ, ਅਜੇ ਤੇਰਾ ਇੱਕ ਕੰਮ ਬਾਕੀ ਹੈ। ਹੁਣ ਕਿਹੜਾ ਕੰਮ ਬਚਾ ਮਾਲਿਕ? ਜਾ ਕੇ ਸ਼ਾਮ ਦੇ ਪੈਰ ਫੜ ਕੇ ਉਹਦੇ ਕੋਲੋਂ ਮਾਫੀ ਮੰਗ। ਇਹ ਕੀ ਕਹਿੰਦੇ ਪਏ ਹੋ ਮਾਲਿਕ? ਮੈਂ ਤਾਂ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਨਾਲ ਤੁਹਾਡੇ ਖੇਤਾਂ 'ਚ ਕੰਮ ਕੀਤਾ ਹੈ। ਸ਼ਾਬਾਸ਼ੀ ਦੇਣ ਦੀ ਜਗ੍ਹਾ ਤੁਸੀਂ ਮੈਨੂੰ ਸ਼ਾਮ ਤੋਂ ਮਾਫੀ ਮੰਗਣ ਲਈ ਕਹਿ ਰਹੇ ਹੋ। ਬਕਵਾਸ ਬੰਦ ਕਰ ਆਪਣੀ। ਇੰਨੇ ਦਿਨਾਂ ਤੋਂ ਝੂਠ ਬੋਲ ਕੇ ਮੈਨੂੰ ਬੇਵਕੂਫ ਬਣਾ ਰਿਹਾ ਤੂੰ। ਅੱਜ ਮੈਂ ਆਪਣੀ ਅੱਖੀਆਂ ਨਾਲ ਵੇਖ ਲਿਆ ਕਿ ਤੂੰ ਕਿੰਨੀ ਮਿਹਨਤ ਕਰਦਾ ਪਿਆ ਹੈ। ਇੱਕ ਨੰਬਰ ਦਾ ਨਿਕੰਮਾ, ਆਲਸੀ ਤੇ ਕਾਮਚੋਰ ਹੈ ਤੂੰ। ਹੁਣੇ ਇਸੇ ਵੇਲੇ ਮੇਰੇ ਘਰ ਤੋਂ ਨਿਕਲ ਜਾ ਤੂੰ, ਤੇ ਕੱਲ ਤੋਂ ਕੰਮ ਤੇ ਆਉਣ ਦੀ ਵੀ ਕੋਈ ਲੋੜ ਨਹੀਂ ਹੈ। ਉਸੇ ਵੇਲੇ ਸ਼ਾਮ ਅੰਦਰ ਆ ਜਾਂਦਾ ਹੈ ਤੇ ਉਹਨਾਂ ਦੀ ਸਾਰੀ ਗੱਲ ਸੁਣ ਲੈਂਦਾ ਹੈ। ਉਹ ਜ਼ਮੀਂਦਾਰ ਦੇ ਪੈਰ ਫੜ ਲੈਂਦਾ ਹੈ। ਮਾਲਿਕ, ਐਦਾਂ ਨਾ ਕਹੋ। ਇਹਨੂੰ ਕੰਮ ਤੋਂ ਨਾ ਕੱਢੋ। ਤਰਸ ਖਾ ਕੇ ਰਘੂ ਨੂੰ ਇੱਕ ਮੌਕਾ ਜ਼ਰੂਰ ਦਿਓ। ਮੈਨੂੰ ਪੂਰਾ ਯਕੀਨ ਹੈ ਕਿ ਇਹ ਆਪਦੀ ਗਲਤੀ ਸਮਝ ਗਿਆ ਹੈ। ਇਹ ਸੁਣ ਕੇ ਜ਼ਮੀਂਦਾਰ ਨੇ ਸ਼ਾਮ ਦੀ ਗੱਲ ਮੰਨ ਲਈ ਤੇ ਰਘੂ ਨੂੰ ਕਿਹਾ, ਬਸ ਇੱਕ ਮੌਕਾ ਹੋਰ ਦਿਆਂਗਾ ਤੈਨੂੰ। ਆਪਣੇ ਆਪ ਨੂੰ ਸੁਧਾਰ ਲੈ ਰਘੂ। ਤੈਨੂੰ ਸਾਬਿਤ ਕਰਨਾ ਪਊਗਾ ਕਿ ਤੂੰ ਆਲਸੀ ਨਹੀਂ ਹੈ। ਇਸ ਤੋਂ ਬਾਅਦ ਸ਼ਾਮ ਜ਼ਮੀਂਦਾਰ ਦਾ ਹਿਸਾਬ ਕਿਤਾਬ ਵੇਖਣ ਲੱਗ ਪਿਆ ਤੇ ਰਘੂ ਨੇ ਵੀ ਆਪਣੇ ਆਪ ਨੂੰ ਬਦਲ ਲਿਆ। ਉਹ ਸਮਝ ਗਿਆ ਕਿ ਕੰਮ ਚੋਰੀ ਕਰਨ ਨਾਲ ਜ਼ਿੰਦਗੀ ਵਿੱਚ ਕੋਈ ਵੀ ਕੰਮ ਨਹੀਂ ਹੁੰਦਾ। ਕੁਝ ਹਾਸਲ ਕਰਨ ਦੇ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਹੁਣ ਸ਼ਾਮ ਤੇ ਰਘੂ ਚੰਗੇ ਦੋਸਤ ਵੀ ਬਣ ਗਏ।